वाहिगुरु जी का खालसा वाहिगुरु जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद वाहिगुरु 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 वाहिगुरु। सन्मानयोग ਅੱਜ ਦੀ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰਿਓ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਹਰ ਸ਼ੁੱਕਰਵਾਰ ਅਸੀਂ ਗੁਰਬਾਣੀ ਵਿਆਕਰਨ ਦੇ ਕੁਝ ਨਿਯਮ ਹਨ ਉਹਨਾਂ ਦੀ ਵਿਚਾਰ ਕਰਦੇ ਹਾਂ, ਔਰ ਵੀਰ ਸੁਖਵਿੰਦਰ ਸਿੰਘ ਜੀ ਲੁਧਿਆਣੇ ਤੋਂ ਸਾਡੇ ਨਾਲ ਇਹਨਾਂ ਨਿਯਮਾਂ ਦੀ ਸਾਂਝ ਕਰਦੇ ਹਨ। ਅੱਜ ਵੀ ਜੋ ਪਿਛਲੇ ਹਫ਼ਤੇ ਅਸੀਂ 2 ਹਫ਼ਤਿਆਂ ਤੋਂ ਸ਼ੁਰੂ ਕੀਤਾ ਹੋਇਆ ਹੈ ਕਿ ਗੁਰਬਾਣੀ ਵਿੱਚ ਕੁਝ ਸ਼ਬਦ ਇਹੋ ਜਿਹੇ ਹਨ ਜਿਹੜੇ ਸਪੈਲਿੰਗ ਮਿਲਦੇ ਹਨ, ਇੱਕੋ ਜਿਹੇ ਹਨ, ਪਰ ਉਹਨਾਂ ਦੇ ਅਰਥਾਂ ਵਿੱਚ ਫਰਕ ਹੁੰਦਾ ਹੈ। ਉਹ ਕਿਸ ਸ਼ੇਪ ਵਿੱਚ ਆਏ, ਐਜ਼ ਏ ਨਾਊਨ ਉਹਨਾਂ ਨਾਲ ਸੰਬੰਧਕ ਲੱਗਾ ਹੋਇਆ ਹੈ ਜਾਂ ਉਹ ਵਿਸ਼ੇਸ਼ਣ ਹੈ, ਕਿਸ ਤਰ੍ਹਾਂ ਦਾ ਸ਼ਬਦ ਹੈ, ਇਹ ਸਾਰੀਆਂ ਚੀਜ਼ਾਂ ਦੇਖ ਕੇ ਉਹਨਾਂ ਦੇ ਅਰਥ ਕੀਤੇ ਜਾਂਦੇ ਹਨ। ਜੇ ਸਾਨੂੰ ਇਹ ਕੁਝ ਨਿਯਮ ਨਾ ਪਤਾ ਹੋਣ ਤਾਂ ਫਿਰ ਸ਼ਾਇਦ ਅਸੀਂ ਉਹਨਾਂ ਦੇ ਅਰਥਾਂ ਦੇ ਅਨਰਥ ਵੀ ਕਰ ਦੇਵਾਂਗੇ। ਇਸੇ ਹੀ ਸ਼ਬਦਾਂ ਦੇ ਜੋ ਪਿਛਲੇ ਵਾਰ ਤੋਂ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਉਹ ਸ਼ਬਦ ਜਿਹੜਿਆਂ ਦੇ ਸਪੈਲਿੰਗ ਇੱਕੋ ਹੀ ਹਨ, ਲੇਕਿਨ ਉਹਨਾਂ ਦੇ ਨਾਲ ਅੱਗੇ ਜੋ ਹੋਰ ਸ਼ਬਦ ਲੱਗੇ ਹੋਏ ਹਨ ਜਾਂ ਉਹ ਸ਼ਬਦ ਕਿਸ ਰੂਪ ਵਿੱਚ ਸਾਡੇ ਸਾਹਮਣੇ ਆਇਆ ਹੈ, ਉਹਦੇ ਅਰਥਾਂ ਵਿੱਚ ਕਿੰਨਾ ਫਰਕ ਆ ਰਿਹਾ ਹੈ। ਇਹ ਵਿਚਾਰ ਵੀਰ ਸੁਖਵਿੰਦਰ ਸਿੰਘ ਜੀ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਸ ਵਿਸ਼ੇ ਨੂੰ ਜੋ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੈ, ਐੜਾ ਜਿੱਥੇ ਲਿਖਿਆ ਸਥਾਨਵਾਚੀ, ਇੱਥੋਂ ਅੱਜ ਉਸ ਦੀ ਆਰੰਭਤਾ ਕਰਨਗੇ ਜੀ ਵੀਰ ਸੁਖਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਦੇ ਸਦਕਾ ਗੁਰਮਤਿ ਕਲਾਸ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਅਸੀਂ ਦਸ਼ਮੇਸ਼ ਪਿਤਾ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਰਸਨਾ ਨੂੰ ਪਵਿੱਤਰ ਕਰੀਏ ਜੀ। ਸਾਰੇ ਰਲ ਮਿਲ ਕੇ ਬੁਲਾਈਏ ਫਤਿਹ ਜੀ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰਬਾਣੀ ਵਿਆਕਰਨ ਦੀ ਇਸ ਕਲਾਸ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਅਸੀਂ ਗੁਰਬਾਣੀ ਵਿਆਕਰਨ ਦੇ ਸੰਬੰਧ ਵਿੱਚ ਜਿਹੜਾ ਇੱਕ ਬਹੁਤ ਅਹਿਮ ਨੁਕਤਾ ਹੈ, ਜਿਸ ਬਾਰੇ ਮੈਂ ਸਮਝਦਾ ਹਾਂ ਵੀ ਸਾਡੇ ਵਿੱਚੋਂ ਬਹੁਤ ਹੀ ਘੱਟ ਸੱਜਣਾ ਨੂੰ ਜਿਹੜੀ ਹੈ ਇਸ ਦੀ ਸਮਝ ਹੋਵੇਗੀ। ਅਸੀਂ ਉਸ ਨੁਕਤੇ ਨੂੰ ਜਿਹੜਾ ਹੈ ਇਸ ਕਲਾਸ ਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਨੁਕਤਾ ਹੈ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦਾਂ ਦਾ ਜੀ। ਪਿਛਲੀ ਕਲਾਸ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕੀਤੇ ਸੀ ਵੀ ਜਿਹੜੇ ਸ਼ਬਦ ਨੇ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਜਿਹੜੇ ਆ ਉਹ ਇੱਕ ਅਰਥਾਂ ਵਿੱਚ ਨਹੀਂ ਆਏ, ਕਿਉਂਕਿ
ਅਸੀਂ ਕਿਰਿਆ ਵਿਸ਼ੇਸ਼ਣ ਉਹਨਾਂ ਸ਼ਬਦਾਂ ਨੂੰ ਕਹਿੰਦੇ ਹਾਂ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਆ। ਉਹ ਤਾਂ ਸ਼ਬਦ ਵਿਸ਼ੇਸ਼ਣ ਹੋ ਗਏ ਜਿਹੜੇ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ, ਉਹਨੂੰ ਅਸੀਂ ਕਹਿ ਦਿੱਤਾ ਵੀ ਇਹ ਕਿਰਿਆ ਵਿਸ਼ੇਸ਼ਣ ਆ। ਪਰ ਅੱਗੇ ਕਿਰਿਆ ਵਿਸ਼ੇਸ਼ਣ ਦੀਆਂ ਵੀ ਅੱਗੇ ਕਿਸਮਾਂ ਨੇ, ਜਿਹੜੀਆਂ 8 ਤਰ੍ਹਾਂ ਦੀਆਂ ਕਿਸਮਾਂ ਨੇ। 8 ਤਰ੍ਹਾਂ ਦੀਆਂ ਕਿਸਮਾਂ ਵਿੱਚੋਂ ਅਸੀਂ ਜਿਹੜਾ ਹੈ ਕਾਲਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦਾਂ ਨੂੰ ਅਸੀਂ ਪਿਛਲੀ ਕਲਾਸ ਦੇ ਵਿੱਚ ਜਿਹੜਾ ਅਸੀਂ ਉਹ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਇਸ ਕਲਾਸ ਦੇ ਵਿੱਚ ਅਸੀਂ ਜਿਹੜਾ ਹੈ ਕਿਰਿਆ ਵਿਸ਼ੇਸ਼ਣ ਦੀ ਅਗਲੀ ਜਿਹੜੀ ਕਿਸਮ ਹੈ, ਜਿਹਨੂੰ ਅਸੀਂ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਅਸੀਂ ਸ਼ਬਦ ਕਹਿੰਦੇ ਹਾਂ, ਅਸੀਂ ਇਹਨੂੰ ਸਮਝਣ ਦਾ ਯਤਨ ਕਰਾਂਗੇ। ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸਥਾਨਵਾਚੀ ਸ਼ਬਦ ਕਿਰਿਆ ਵਿਸ਼ੇਸ਼ਣ ਵਾਲੇ ਕਿਹੜੇ ਹੁੰਦੇ ਹਨ। ਇਹਨਾਂ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਜੀ, ਤੁਸੀਂ ਪੜ੍ਹੋ ਵੀ ਉਹ ਕਿਰਿਆ ਵਿਸ਼ੇਸ਼ਣ ਜੋ ਕਿਰਿਆ ਦੇ ਹੋਣ ਦੀ ਜਗ੍ਹਾ ਦੱਸੇ। ਪਿਛਲੀ ਕਲਾਸ ਵਿੱਚ ਅਸੀਂ ਕਾਲਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦਾਂ ਬਾਰੇ ਪੜ੍ਹਿਆ ਸੀ ਵੀ ਉਹ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਜਿਹੜੇ ਕਿਰਿਆ ਦੇ ਹੋਣ ਦਾ ਸਮਾਂ ਦੱਸਣ, ਉਹਨਾਂ ਨੂੰ ਅਸੀਂ ਕਾਲਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਕਹਿੰਦੇ ਆ। ਇਹ ਸਥਾਨਵਾਚੀ ਉਹ ਸ਼ਬਦ ਹੁੰਦੇ ਆ ਜੀ ਕਿਰਿਆ ਵਿਸ਼ੇਸ਼ਣ ਵਾਲੇ ਜਿਹੜੇ ਕਿਰਿਆ ਦੇ ਹੋਣ ਦੀ ਜਗ੍ਹਾ ਦੱਸਦੇ ਆ ਵੀ ਇਹ ਜਿਹੜੀ ਕਿਰਿਆ ਹੋਈ ਆ, ਇਹ ਜਿਹੜਾ ਐਕਸ਼ਨ ਹੋਇਆ ਵੀ ਇਹ ਐਕਸ਼ਨ ਕਿਹੜੀ ਜਗ੍ਹਾ ਤੇ ਹੋਇਆ। ਉੱਤੇ ਹੋਇਆ, ਉੱਪਰ ਹੋਇਆ, ਵਿਚਕਾਰ ਹੋਇਆ, ਵਿੱਚ ਹੋਇਆ, ਹੇਠਾਂ, ਅੰਦਰ, ਬਾਹਰ, ਉਰੇ, ਖੱਬੇ, ਸੱਜੇ, ਇੱਧਰ, ਕਿੱਧਰ, ਕਿੱਥੇ, ਉੱਥੇ, ਨੇੜੇ, ਦੂਰ, ਅੱਗੇ, ਸਾਹਮਣੇ, ਪਿੱਛੇ, ਮਗਰ, ਇਹ ਕਿਰਿਆ ਕਿੱਥੇ ਵਾਪਰੀ ਆ। ਜਿਹੜੇ ਸ਼ਬਦ ਸਾਨੂੰ ਕਿਰਿਆ ਦੇ ਸਥਾਨ ਦਾ ਬੋਧ ਕਰਾਉਂਦੇ ਹਨ, ਉਹਨਾਂ ਸ਼ਬਦਾਂ ਨੂੰ ਅਸੀਂ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਕਹਿੰਦੇ ਹਾਂ। ਬੜੀ ਸੌਖੀ ਜੀ ਇਹਦੀ ਪਰਿਭਾਸ਼ਾ ਹੈ। ਅੱਗੇ ਗੁਰਬਾਣੀ ਦੇ ਵਿੱਚ ਅਸੀਂ ਇਹਦੇ ਨਾਲ ਰਿਲੇਟਡ ਜਿੰਨੇ ਵੀ ਸ਼ਬਦ ਗੁਰੂ ਸਾਹਿਬ ਦੀ ਪਾਵਨ ਬਾਣੀ ਚੋਂ ਅਸੀਂ ਪੜ੍ਹਦੇ ਹਾਂ, ਉਹ ਇੱਥੇ ਨੋਟ ਕੀਤੇ ਹੋਏ ਆ ਜੀ, ਤੁਸੀਂ ਪੜ੍ਹ ਸਕਦੇ ਹੋ। ਐਥਾਉ, ਇੱਥੋਂ, ਐਥੈ, ਸੋਹੇ, ਸਾਹਮਣੇ, ਸਨਮੁਖ, ਨੇਰਾ, ਨਿਕਟ, ਦੂਰ, ਨੇੜੇ, ਨੇਰੇ, ਨਾਲੇ, ਨਾਲ, ਸਾਥ, ਨੇਰਾ ਹੀ ਤੇ ਨੇਰਾ, ਇਬੈ, ਤਲੇ, ਪਿਆਲੇ, ਉਰੈ, ਉਰਾ, ਵੱਲ, ਨੇਰੋਂ, ਉਭੈ, ਅੰਦਰੋਂ, ਭੀਤਰ, ਬਾਹਰ, ਬਾਹਰੋਂ, ਅੰਤਰ, ਬਾਹਰ, ਬੀਚ, ਇਹ ਸਾਰੇ ਜਿੰਨੇ ਵੀ ਸ਼ਬਦ ਆ ਤੁਸੀਂ ਇਹਦੀ ਜਿਹੜੀ PDF ਫਾਈਲ ਆ ਉਹ ਗਰੁੱਪ ਵਿੱਚ ਸ਼ੇਅਰ ਕਰ ਦਿੱਤੀ ਗਈ ਹੈ ਜੀ। ਕਿਉਂਕਿ ਆਪਾਂ ਹੁਣ ਇੱਕ ਇੱਕ ਸ਼ਬਦ ਨੂੰ ਜੇ ਆਪਾਂ ਪੜਾਂਗੇ ਇਹਦੇ ਵਿੱਚ ਟਾਈਮ ਬਹੁਤ ਜਾਏਗਾ। ਤੁਸੀਂ, ਮੈਂ ਬੇਨਤੀ ਕਰਨਾ ਚਾਹਾਂਗਾ ਵੀ PDF ਫਾਈਲ ਦੇ ਵਿੱਚੋਂ ਤੁਸੀਂ ਇਹ ਸਾਰੇ ਸ਼ਬਦਾਂ ਨੂੰ ਜਿਹੜਾ ਵਾ ਇੱਕ ਦਫਾ ਪੜ੍ਹ ਲਿਓ। ਕਿਤੇ ਕੇਵਲ ਮੈਂ ਕੁਝ ਸ਼ਬਦ ਹੀ ਪੜ੍ਹੇ ਆ ਤਾਂ ਜੋ ਸਾਨੂੰ ਗੱਲ ਜਿਹੜੀ ਆ ਉਹ ਸੌਖੀ ਸਮਝ ਵਿੱਚ ਆ ਜਾਏ। ਬਾਕੀ ਕਿੰਨੇ ਬਹੁਤ ਸਾਰੇ ਹੋਰ ਵੀ ਸ਼ਬਦ ਆ ਜਿਨ੍ਹਾਂ ਦੀ ਬਹੁਤ ਸਾਰੀ ਗਿਣਤੀ ਆ ਜੀ, ਤੇ ਇਹ ਤੁਸੀਂ PDF ਫਾਈਲ ਦੇ ਵਿੱਚੋਂ ਜਿਹੜੀ ਗਰੁੱਪ ਵਿੱਚ ਸ਼ੇਅਰ ਕੀਤੀ ਆ ਉਹਦੇ ਵਿੱਚੋਂ ਤੁਸੀਂ ਜ਼ਰੂਰ ਇੱਕ ਵਾਰੀ ਪੜ੍ਹ ਲਿਓ, ਤਾਂ ਜੋ ਥੋੜਾ ਜਿਹਾ ਸਾਨੂੰ ਆਈਡੀਆ ਹੋ ਜਾਏਗਾ ਵੀ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਜਿਹੜੇ ਆ ਉਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਪੜ੍ਹਨ ਨੂੰ ਮਿਲਦੇ ਆ। ਹਾਲਾਂਕਿ ਅਸੀਂ ਜਿੰਨੇ ਵੀ ਅਸੀਂ ਗੁਰਬਾਣੀ ਦਾ ਸਹਿਜ ਪਾਠ ਕਰਦੇ ਆ, ਸਹਿਜ ਪਾਠ ਕਰਨ ਵਕਤ ਅਸੀਂ ਬਹੁਤ ਵਾਰੀ ਜਿਹੜੇ ਹਨ ਇਹ ਸ਼ਬਦਾਂ ਨੂੰ ਅਸੀਂ ਪੜ੍ਹਿਆ ਹੋਵੇਗਾ, ਪਰ ਅੱਜ ਤੱਕ ਸਾਨੂੰ ਪਤਾ ਨਹੀਂ ਸੀ ਵੀ ਇਹ ਜਿਹੜੇ ਸ਼ਬਦ ਇਸ ਪੰਕਤੀ ਦੇ ਵਿੱਚ, ਗੁਰਬਾਣੀ ਦੀ ਇਸ ਤੁਕ ਦੇ ਵਿੱਚ ਇਹ ਸ਼ਬਦ ਆਇਆ ਹੋਇਆ ਵੀ ਇਹ ਕਿਰਿਆ ਵਾਚੀ ਜਿਹੜਾ ਵਿਸ਼ੇਸ਼ਣ ਹੈ ਤੇ ਇਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਵਾਲਾ ਸ਼ਬਦ ਹੈ। ਸਾਨੂੰ ਨੌਲੇਜ ਨਹੀਂ ਸੀ ਇਹਨਾਂ ਬਾਰੇ, ਪਰ ਅੱਜ ਅਸੀਂ ਇਹਨਾਂ ਸਾਰੇ ਸ਼ਬਦਾਂ ਨੂੰ ਇੱਕ ਦਫਾ ਪੜ੍ਹਿਆ ਹੈ ਤੇ ਸਾਨੂੰ ਪਤਾ ਲੱਗਿਆ ਵੀ ਹਾਂ ਵੀ ਇਹ ਜਿਹੜੇ ਸ਼ਬਦ ਨੇ ਇਹ ਸ਼ਬਦ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਹਨ। ਤੁਸੀਂ ਨੋਟ ਪੜ੍ਹੋ ਜੀ ਹੇਠਲੇ ਵਾਕਾਂ 'ਚ, ਜਿਹੜੇ ਹੁਣ ਅਸੀਂ ਅੱਗੇ ਗੁਰਬਾਣੀ ਦੇ ਵਿੱਚੋਂ ਗੁਰਬਾਣੀ ਦੀਆਂ ਪੰਕਤੀਆਂ ਦੀਆਂ ਉਦਾਹਰਨਾਂ ਦੇਖਾਂਗੇ ਜੀ। ਉਹਨਾਂ ਦੀ ਗੱਲ ਹੈ ਜੀ ਹੇਠਲੇ ਵਾਕਾਂ 'ਚ ਪਿੱਛੋਂ, ਸਾਥ, ਉੱਪਰ, ਤਲੇ, ਹੇਠ, ਨਾਲ, ਵਿੱਚੋਂ ਸ਼ਬਦਾਂ ਦਾ ਵਾਕ ਤੇ ਸਥਾਨ ਤੇ ਉਹਨਾਂ ਦੇ ਅਰਥ ਵਾਚਨਯੋਗ। ਸ਼ਾਇਦ ਤੁਹਾਨੂੰ ਚੇਤਾ ਹੋਵੇਗਾ ਵੀ ਮੈਂ ਪਿਛਲੀ ਕਲਾਸ ਦੇ ਵਿੱਚ ਤੇ ਉਸ ਤੋਂ ਪਹਿਲਾਂ ਵਾਲੀ ਕਲਾਸ ਵਿੱਚ ਵੀ ਤੁਹਾਡੇ ਨਾਲ ਇਹ ਬੇਨਤੀ ਸਾਂਝੀ ਕੀਤੀ ਸੀ ਵੀ ਸਾਨੂੰ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਅਜਿਹੇ ਪੜ੍ਹਨ ਨੂੰ ਮਿਲਦੇ ਆ ਜਿਹੜੇ ਸ਼ਬਦਾਂ ਦਾ ਸਰੂਪ ਤਾਂ ਇੱਕੋ ਜਿਹਾ ਹੁੰਦਾ, ਪਰ ਉਹਨਾਂ ਸ਼ਬਦਾਂ ਦਾ ਜਿਹੜਾ ਅਰਥ ਹੈ
ਉਹ ਵੱਖੋ ਵੱਖਰਾ ਹੁੰਦਾ ਹੈ। ਸਰੂਪ ਦੇਖਣ ਵਿੱਚ ਇੱਕੋ ਹੀ ਆ, ਪਰ ਪ੍ਰਕਰਨ ਅਨੁਸਾਰ ਅਰਥ ਵੱਖੋ ਵੱਖਰਾ ਹੈ। ਤੇ ਅਸੀਂ ਬਹੁਤ ਵਾਰ ਜਿਹੜਾ ਹੈ ਉੱਤੇ ਫਿਰ ਕਨਫਿਊਜ਼ ਹੋ ਜਾਂਦੇ ਆ। ਪਰ ਅੱਜ ਅਸੀਂ ਇਸ ਗੱਲ ਨੂੰ ਜਿਹੜਾ ਹੈ ਉਹ ਸਮਝਣ ਦਾ ਯਤਨ ਕਰਾਂਗੇ ਜੀ ਵੀ ਸਰੂਪ ਤਾਂ ਇੱਕੋ ਜਿਹਾ ਹੈ, ਪਰ ਅਰਥ ਵੱਖੋ ਵੱਖਰੇ ਕਿਉਂ ਹਨ, ਇਹਦੇ ਪਿੱਛੇ ਲੌਜਿਕ ਕੀ ਹੈ, ਗੁਰਬਾਣੀ ਵਿਆਕਰਨ ਦਾ ਕਿਹੜਾ ਨੁਕਤਾ ਇਹਦੇ ਪਿੱਛੇ ਕੰਮ ਕਰ ਰਿਹਾ ਹੈ। ਜਿਵੇਂ ਤੁਸੀਂ ਇਹਦੇ ਵਿੱਚ ਪਹਿਲੀ ਪੰਕਤੀ ਦਾ ਪਾਠ ਪੜੋ ਜੀ। ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ। ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਆ ਜੀ, ਜੋ ਆਪਾਂ ਬਹੁਤ ਵਾਰੀ ਇਸ ਸ਼ਬਦ ਦਾ ਰਾਗੀ ਸਿੰਘ ਜਿਹੜੇ ਉਹ ਕੀਰਤਨ ਵੀ ਕਰਦੇ ਆ, ਆਪਾਂ ਵੀ ਸ਼ਬਦ ਕਈ ਵਾਰ ਇਹਨੂੰ ਪੜ੍ਹਦੇ ਆ। ਇੱਥੇ ਜੇ ਇਹ ਪੰਕਤੀ ਤੋਂ ਪਹਿਲਾਂ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੇ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੇ। ਇੱਕ ਚੋਰ ਦੀ ਉੱਥੇ ਐਗਜ਼ਾਮਪਲ ਦਿੱਤੀ ਹੋਈ ਆ, ਪਰ ਪਰਮੇਸ਼ਵਰ ਦੀ ਸਰਵ ਵਿਆਪਕਤਾ ਦੇ ਬਾਰੇ ਸਾਨੂੰ ਉੱਥੇ ਗਿਆਨ ਗੁਰੂ ਸਾਹਿਬ ਨੇ ਕਰਾਇਆ ਹੋਇਆ। ਤਾਂ ਤੁਸੀਂ ਇੱਥੇ ਜਿਹੜੀ ਮੇਨ ਗੱਲ ਨੋਟ ਕਰਨ ਵਾਲੀ ਹੈ ਜੀ, ਇੱਥੇ ਸ਼ਬਦ ਆਇਆ ਜੀ ਪਿੱਛੋਂ। ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੇ। ਹੁਣ ਇਹ ਜਿਹੜਾ ਪਿੱਛੋਂ ਸ਼ਬਦ ਹੈ ਇਹ ਹੈ ਜੀ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ। ਇਹ ਸ਼ਬਦ ਜਿਹੜਾ ਪਿੱਛੋਂ, ਕਿਉਂਕਿ ਇੱਥੇ ਜਿਹੜਾ ਇਹ ਪਿੱਛੋਂ ਸ਼ਬਦ ਹੈ ਉਹ ਸਥਾਨ ਦਾ ਬੋਧ ਕਰਾ ਰਿਹਾ ਵਾ ਵੀ ਉਹ ਅਗਲਾ ਬੰਨਾ ਦੇਖ ਰਿਹਾ ਹੈ, ਉਹ ਪਿਛਲਾ ਬੰਨਾ ਦੇਖ ਰਿਹਾ ਹੈ। ਕਿਉਂਕਿ ਜਦੋਂ ਇੱਕ ਚੋਰ, ਉੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਚੋਰੀ ਕਰ ਆਵੇ, ਵੀ ਚੋਰ ਕਿਸੇ ਦੇ ਘਰ ਵਿੱਚੋਂ ਚੋਰੀ ਕਰਕੇ ਬਾਹਰ ਆਇਆ, ਉਹਨੇ ਗਲੀ ਦੇ ਸੱਜੇ ਪਾਸੇ ਦੇਖਿਆ, ਫਿਰ ਖੱਬੇ ਪਾਸੇ ਦੇਖਿਆ, ਅੱਗੇ ਦੇਖਿਆ, ਪਿੱਛੇ ਦੇਖਿਆ। ਤੋ ਇਹ ਅੱਗੇ ਪਿੱਛੇ ਜਿਹੜੇ ਸ਼ਬਦ ਨੇ ਇਹ ਸਥਾਨਵਾਚੀ ਸ਼ਬਦ ਆ, ਵੀ ਉਹਨੇ ਕਿੱਧਰ ਨੂੰ ਦੇਖਿਆ, ਇੱਧਰਲੇ ਪਾਸੇ ਦੇਖਿਆ, ਖੱਬੇ ਦੇਖਿਆ, ਸੱਜੇ ਦੇਖਿਆ। ਪਰ ਤੁਝ ਤੇ ਕਹਾਂ ਛਪਾਵੇ, ਪਰ ਹੇ ਰੱਬ ਜੀ, ਹੇ ਪ੍ਰਭੂ, ਤੇਰੇ ਪਾਸੋਂ ਜਿਹੜਾ ਹੈ ਉਹ ਲੁਕਾਇਆ ਨਹੀਂ ਜਾ ਸਕਦਾ। ਤੇਰੇ ਪਾਸੋਂ ਜਿਹੜੀ ਹੈ ਉਹ ਜਿਹੜੀ ਉਸ ਚੋਰ ਨੇ ਜਿਹੜੀ ਚੋਰੀ ਕੀਤੀ ਉਹ ਲੁਕਾ ਨਹੀਂ ਸਕਦਾ, ਛੁਪਾ ਨਹੀਂ ਸਕਦਾ। ਭਾਵੇਂ ਉਹ ਅੱਗੇ ਦੇਖ ਰਿਹਾ, ਉਹਨੂੰ ਇੰਜ ਮਹਿਸੂਸ ਹੋ ਰਿਹਾ ਵੀ ਮੈਨੂੰ ਕੋਈ ਅੱਗੋਂ ਦੇਖਤਾ ਨਹੀਂ ਰਿਹਾ, ਮੈਨੂੰ ਕੋਈ ਪਿੱਛੋਂ ਦੇਖਤਾ ਨਹੀਂ ਰਿਹਾ। ਤੋ ਇੱਥੇ ਜਿਹੜਾ ਪਿੱਛੋਂ ਸ਼ਬਦ ਹੈ ਉਹ ਸਥਾਨਵਾਚੀ ਆ, ਸਾਨੂੰ ਸਥਾਨ ਦਾ ਬੋਧ ਕਰਾ ਰਿਹਾ। ਕਿਉਂਕਿ ਜਿਹੜੀ ਕਿਰਿਆ ਹੈ, ਦੇਖੈ ਦੇਖਣਾ ਕਿਰਿਆ ਵਾ, ਛੁਪਾਵੇ ਕਿਰਿਆ ਵਾ, ਪਰ ਇਹ ਜਿਹੜੀ ਦੇਖਣਾ ਕਿਰਿਆ ਹੈ, ਛੁਪਾਉਣਾ ਕਿਰਿਆ ਹੈ, ਇਹਦੇ ਨਾਲ ਜਿਹੜਾ ਹੈ ਪਿੱਛੋਂ ਸ਼ਬਦ ਤੇ ਅੱਗੋਂ ਸ਼ਬਦ ਜਿਹੜਾ ਇਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਦਾ ਸ਼ਬਦ ਹੈ, ਕਿਉਂਕਿ ਇਹ ਕਿਰਿਆ ਦੇ ਸਥਾਨ ਦਾ ਬੋਧ ਕਰਵਾ ਰਹੇ ਆ ਸਾਨੂੰ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ। ਹੁਣ ਇੱਥੇ ਜਿਹੜਾ ਪਿੱਛੋਂ ਸ਼ਬਦ ਹੈ, ਪਿੱਛੋਂ ਰਾਤੀ, ਪਿੱਛੋਂ ਰਾਤੀ ਦਾ ਅਰਥ ਹੈ ਅੰਮ੍ਰਿਤ ਵੇਲਾ। ਅਸੀਂ ਪੜ੍ਹ ਸਕਦੇ ਅੰਮ੍ਰਿਤ ਵੇਲਾ। ਹੁਣ ਇਹ ਜਿਹੜਾ ਅੰਮ੍ਰਿਤ ਵੇਲਾ ਸ਼ਬਦ ਆਇਆ ਇਹ ਪਿੱਛੋਂ ਰਾਤੀ, ਇੱਥੇ ਹੈ ਜੀ ਇਹ ਸ਼ਬਦ ਕਾਲਵਾਚੀ ਕਿਰਿਆ ਵਿਸ਼ੇਸ਼ਣ। ਤੁਸੀਂ ਇਹਨਾਂ ਦੋ ਪੰਕਤੀਆਂ ਨੂੰ ਦੇਖੋ ਵੀ ਸੇਮ ਸ਼ਬਦ ਹੈ ਸਰੂਪ ਕਰਕੇ, ਪਿੱਛੋਂ ਪੱਪੇ ਸਿਆਰੀ ਛੱਛਾ ਹਾਹੇ ਪਰ ਔਕੜ, ਪਹਿਲੀ ਵਾਲੀ ਪੰਕਤੀ ਚ ਵੀ ਦੂਸਰੀ ਵਾਲੀ ਪੰਕਤੀ ਵਿੱਚ ਵੀ। ਪਰ ਪਹਿਲੀ ਵਾਲੀ ਪੰਕਤੀ ਵਿੱਚ ਪਿੱਛੋਂ ਸ਼ਬਦ ਦਾ ਜਿਹੜਾ ਅਰਥ ਭਾਵ ਹੈ ਵਿਆਕਰਨ ਅਨੁਸਾਰ ਅਰਥ ਭਾਵ ਬਣ ਰਿਹਾ ਸਥਾਨਵਾਚੀ ਕਿਰਿਆ ਵਿਸ਼ੇਸ਼ਣ। ਪਰ ਦੂਸਰੀ ਪੰਕਤੀ ਵਿੱਚ ਪਿੱਛੋਂ ਸ਼ਬਦ ਦਾ ਜਿਹੜਾ ਅਰਥ ਬਣ ਰਿਹਾ ਉਹ ਕਾਲਵਾਚੀ ਕਿਰਿਆ ਵਿਸ਼ੇਸ਼ਣ ਆ, ਕਿਉਂਕਿ ਇੱਕ ਸਮੇਂ ਦੀ ਗੱਲ ਇੱਥੇ ਕੀਤੀ ਜਾ ਰਹੀ ਆ। ਇਹ ਜਿਹੜੀ ਕਿਰਿਆ ਹੈ ਵੀ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ, ਵੀ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਜਿਹੜਾ ਹੈ ਇਹ ਮਨੁੱਖ ਹੈ ਭਾਈ ਤੂੰ ਲੈ, ਇਹਨੂੰ ਲੈਣਾ ਚਾਹੀਦਾ ਹੈ, ਹਨਾ। ਜਿਹੜੀ ਕਿਰਿਆ ਹੈ ਵੀ ਨਾਮ ਲੈਣਾ ਚਾਹੀਦਾ ਹੈ, ਨਾਮ ਜਪਣਾ ਚਾਹੀਦਾ ਹੈ। ਕਦੋਂ ਜਪਣਾ ਚਾਹੀਦਾ? ਵੀ ਪਿੱਛੋਂ ਰਾਤੀ ਅੰਮ੍ਰਿਤ ਵੇਲੇ ਜਪਣਾ ਚਾਹੀਦਾ ਹੈ, ਅੰਮ੍ਰਿਤ ਵੇਲੇ ਰੱਬ ਨੂੰ ਯਾਦ ਕਰਨਾ ਚਾਹੀਦਾ ਹੈ। ਤੋ ਅੰਮ੍ਰਿਤ ਵੇਲਾ ਕੀ ਹੋ ਗਿਆ ਜੀ? ਇਹ ਕਾਲ ਆ, ਇਹ ਸਮਾਂ ਵਾ, ਅੰਮ੍ਰਿਤ ਵੇਲਾ ਸਮਾਂ ਵਾ। ਤੋ ਸਮੇਂ ਦਾ ਜਿਹੜਾ ਹੈ ਬੋਧ ਕਰਾਉਣ ਵਾਲਾ ਜਿਹੜਾ ਸ਼ਬਦ ਹੈ ਉਹ ਆ ਜੀ ਕਿਰਿਆ, ਕਾਲਵਾਚੀ ਕਿਰਿਆ ਵਿਸ਼ੇਸ਼ਣ। ਤੋ ਇੱਥੇ ਇਹ ਗੱਲ ਜਿਹੜੀ ਆ ਸਮਝ ਵਿੱਚ ਆ ਰਹੀ ਆ ਵੀ ਸਰੂਪ ਸ਼ਬਦ ਦਾ ਸੇਮ ਆ, ਪਰ ਇੱਕ ਜਗ੍ਹਾ ਸ਼ਬਦ ਜਿਹੜਾ ਹੈ ਉਹਦਾ ਅਰਥ ਬਾਰੇ ਆ ਸਥਾਨਵਾਚੀ, ਦੂਸਰੀ ਜਗ੍ਹਾ ਉਹੀ ਸ਼ਬਦ ਜਿਹੜਾ ਹੈ ਉਹ ਕਾਲਵਾਚੀ ਕਿਰਿਆ ਵਿਸ਼ੇਸ਼ਣ ਦਾ ਅਰਥ ਕਰ ਰਿਹਾ। ਉਸ ਤੋਂ ਅੱਗੇ ਜੀ ਮੰਨੈ ਜਮ ਕੈ ਸਾਥ ਨਾ ਜਾਏ। ਹੁਣ ਇਹ ਜਿਹੜਾ ਸ਼ਬਦ ਜਿਹੜਾ ਵਾ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਰੋਜ਼ਾਨਾ ਪੜ੍ਹਦੇ ਆ ਜੀ। ਇੱਥੇ ਮੰਨੈ ਜਮ ਕੈ ਸਾਥ ਨਾ ਜਾਏ, ਜਿਹੜਾ ਕੈ ਸਾਥ ਸ਼ਬਦ ਆ ਇਹ ਹੈ ਜੀ ਸੰਬੰਧਕ, ਜੋ ਇੱਕ ਵਚਨ ਪੁਲਿੰਗ ਨਾਮ ਜਮ ਨਾਲ ਸੰਬੰਧ ਦੇ ਨਾਲ ਰੱਖਣ ਕਾਰਨ ਇਸ ਨੂੰ ਜਮ ਅੰਤ ਮੁਕਤਾ
ਕਰ ਗਿਆ ਹੈ। ਕਹਿਣ ਤੋਂ ਭਾਵ ਵੀ ਜਿਹੜਾ ਜਮ ਸ਼ਬਦ ਹੈ ਜੀ, ਜਮ ਸ਼ਬਦ ਇੱਥੇ ਮੱਮੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਹੋਣੀ ਚਾਹੀਦੀ। ਮੈਂ ਪਹਿਲਾਂ ਵੀ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕੀਤੇ ਸੀ ਵੀ ਜਦੋਂ ਨਾਂਵਵਾਚੀ ਸ਼ਬਦ ਹੋਵੇ ਉਹਦੇ ਨਾਲ ਕੋਈ ਸੰਬੰਧਕ ਸ਼ਬਦ ਆ ਜਾਂਦਾ ਹੈ, ਤੇ ਸੰਬੰਧਕ ਸ਼ਬਦ ਦੇ ਆਉਣ ਕਰਕੇ ਨਾਂਵਵਾਚੀ ਜਿਹੜਾ ਸ਼ਬਦ ਆ, ਜਿਹਨੂੰ ਆਪਾਂ ਨਾਊਨ ਕਹਿੰਦੇ ਆ, ਨਾਊਨ ਸ਼ਬਦ ਦੇ ਅਖੀਰਲੇ ਅੱਖਰ ਦੀ ਔਂਕੜ ਜਿਹੜੀ ਆ ਉਹ ਲੱਥ ਜਾਂਦੀ ਆ। ਇੱਕ ਔਂਕੜ ਲੱਥਣ ਦਾ ਕਾਰਨ ਹੈ ਵੀ ਸ਼ਬਦ ਬਹੁਵਚਨ ਹੋਵੇ, ਬਹੁਵਚਨ ਬਹੁਤਿਆਂ ਦੀ ਗੱਲ ਕੀਤੀ ਗਈ ਹੋਵੇ। ਦੂਸਰਾ ਔਂਕੜ ਅਖੀਰਲੇ ਅੱਖਰ ਦੀ ਲੱਥਣ ਦਾ ਕਾਰਨ ਇਹ ਆ ਵੀ ਉਹ ਜਿਹੜਾ ਸ਼ਬਦ ਹੈ ਉਹਦੇ ਨਾਲ ਕੋਈ ਸੰਬੰਧਕ ਆ ਗਿਆ ਹੈ। ਤੀਸਰਾ ਕਾਰਨ ਇਹ ਹੁੰਦਾ ਹੈ ਵੀ ਉਹਦੇ ਨਾਲ ਗੁਪਤ ਤੌਰ ਦੇ ਉੱਤੇ ਕੋਈ ਸੰਬੰਧਕ ਆ ਜਾਂਦਾ ਵਾ। ਤੋ ਇੱਥੇ ਜਿਹੜਾ ਹੈ ਪ੍ਰਗਟ ਰੂਪ ਵਿੱਚ ਸੰਬੰਧਕ ਆਇਆ ਹੋਇਆ ਹੈ। ਕੈ ਸ਼ਬਦ, ਸਾਧ ਸ਼ਬਦ, ਇਹ ਸੰਬੰਧਕ ਹੈ। ਤੋ ਜਮ ਇੱਥੇ ਜਿਹੜਾ ਸ਼ਬਦ ਹੈ ਇਹਦੇ ਅਖੀਰਲੇ ਅੱਖਰ ਦੀ ਪੈਰ ਦੀ ਔਂਕੜ ਲੱਥ ਗਈ ਹੈ। ਤੋ ਇੱਥੇ ਜਿਹੜਾ ਕੈ ਸਾਥ ਜਿਹੜਾ ਸ਼ਬਦ ਹੈ ਇਹ ਸੰਬੰਧਕ ਰੂਪ ਵਿੱਚ ਹੈ। ਇੱਥੇ ਸਥਾਨਵਾਚੀ ਨਹੀਂ ਆ ਕਿਰਿਆ ਵਿਸ਼ੇਸ਼ਣ, ਨਾ ਇੱਥੇ ਕਾਲਵਾਚੀ ਕਿਰਿਆ ਵਿਸ਼ੇਸ਼ਣ ਵਾਲਾ ਸ਼ਬਦ ਆ। ਪਰ ਅੱਗੇ ਤੁਸੀਂ ਪੜੋ, ਭਾਈ ਰੇ ਤਨ ਧਨ ਸਾਥ ਨਾ ਹੋਏ, ਭਾਈ ਰੇ ਤਨ ਧਨ ਸਾਥ ਨਾ ਹੋਏ। ਇੱਥੇ ਜਿਹੜਾ ਸਾਥ ਸ਼ਬਦ ਆ, ਪਹਿਲੀ ਪੰਕਤੀ 'ਚ ਤੁਸੀਂ ਦੇਖੋ ਵੀ ਸਾਥ ਸ਼ਬਦ ਸੰਬੰਧਕ ਰੂਪ ਵਿੱਚ ਆ। ਹੁਣ ਦੂਸਰੀ ਪੰਕਤੀ ਵਿੱਚ ਜਿਹੜਾ ਸਾਥ ਸ਼ਬਦ ਹੈ ਇਹ ਸ਼ਬਦ ਜਿਹੜਾ ਵਾ ਕਿਰਿਆ ਵਿਸ਼ੇਸ਼ਣ ਹੈ। ਜੇ ਸੰਬੰਧਕ ਹੁੰਦਾ ਤੇ ਧਨ ਧਨ ਨੂੰ ਅੰਤ ਬੂਟਾ ਕਰ ਦਿੰਦਾ। ਇੱਥੇ ਜਿਹੜਾ ਸਾਥ ਸ਼ਬਦ ਹੈ ਇਹ ਕਿਰਿਆ ਵਿਸ਼ੇਸ਼ਣ ਆ ਜੀ। ਇਹ ਇੱਥੇ ਜਿਹੜਾ ਹੈ ਸੰਬੰਧਕ ਦੇ ਰੂਪ ਵਿੱਚ ਨਹੀਂ ਆਇਆ, ਇਹ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਆਇਆ ਵਾ। ਧਨ ਧਨ ਸਾਥ ਨਾ ਹੋਏ ਵੀ ਜਿਹੜਾ ਸਰੀਰ ਹੈ, ਰੁਪਈਆ ਪੈਸਾ ਹੈ, ਇਹ ਨਾਲ ਨਹੀਂ ਜਾਏਗਾ। हे ਭਾਈ ਤੂੰ ਇਸ ਗੱਲ ਨੂੰ ਸਮਝ। ਤੋ ਇੱਥੇ ਜਿਹੜਾ ਸਾਧ ਸ਼ਬਦ ਹੈ ਉਹ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਆਇਆ ਵਾ, ਕਿਰਿਆ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰ ਰਿਹਾ ਹੈ। ਇੱਥੇ ਸੰਬੰਧਕ ਦੇ ਰੂਪ ਵਿੱਚ ਨਹੀਂ ਆਇਆ ਹੋਇਆ। ਉੱਪਰ ਚਰਨ, ਤਲੈ, ਆਕਾਸ਼, ਇੱਥੇ ਦੋ ਸ਼ਬਦ ਆਏ ਜੀ। ਇੱਕ ਸ਼ਬਦ ਹੈ ਜੀ ਉੱਪਰ, ਇੱਕ ਸ਼ਬਦ ਹੈ ਜੀ ਤਲੈ। ਉੱਪਰ ਤੇ ਤਲੈ ਜਿਹੜੇ ਦੋ ਸ਼ਬਦ ਆ, ਇਹ ਸ਼ਬਦ ਨੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਸ਼ਬਦ। ਇਹਨੂੰ ਸਮਝੋ, ਇਹ ਹੈ ਸਥਾਨਵਾਚਕ, ਕਿਉਂਕਿ ਉੱਪਰ ਵੱਲ ਨੂੰ ਇਸ਼ਾਰਾ ਵਾ ਜੀ, ਤੇ ਇੱਕ ਥੱਲੇ ਧਰਤੀ, ਇੱਕ ਆਕਾਸ਼ ਵਾਲੇ ਪਾਸੇ ਇਸ਼ਾਰਾ ਵਾ, ਇੱਕ ਧਰਤੀ ਥੱਲੇ ਹੇਠਾਂ ਵਾਲੇ ਪਾਸੇ ਇਸ਼ਾਰਾ ਵਾ। ਤੋਂ ਜਦੋਂ ਆਪਾਂ ਉੱਪਰ ਦੀ ਗੱਲ ਕਰਦੇ ਆ, ਇਹ ਵੀ ਸਥਾਨ ਦਾ ਬੋਧ ਸਾਨੂੰ ਹੋ ਰਿਹਾ ਇੱਥੋਂ ਵੀ। ਜਦੋਂ ਅਸੀਂ ਥੱਲੇ ਧਰਤੀ ਦੀ ਗੱਲ ਕਰ ਰਹੇ, ਇੱਥੇ ਵੀ ਸਾਨੂੰ ਸਥਾਨ ਦਾ ਬੋਧ ਹੋ ਰਿਹਾ। ਉੱਪਰ ਚਰਨ, ਤਲੈ ਆਕਾਸ਼। ਤੋਂ ਇਹ ਜਿਹੜਾ ਤਲੈ ਸ਼ਬਦ ਤੇ ਉੱਪਰ ਸ਼ਬਦ ਆ, ਇਸ ਪੰਕਤੀ ਦੇ ਵਿੱਚ ਜਿਹੜਾ ਇਹ ਸ਼ਬਦ ਆ, ਇਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਸ਼ਬਦ ਆ, ਕਿਉਂਕਿ ਸਾਨੂੰ ਕਿਰਿਆ ਦੇ ਸਥਾਨ ਦਾ ਬੋਧ ਹੋ ਰਿਹਾ ਇਹਨਾਂ ਦੋ ਸ਼ਬਦਾਂ ਤੋਂ ਵੀ। ਇੱਥੇ ਗੁਰੂ ਸਾਹਿਬ ਉੱਪਰ ਦੀ ਗੱਲ ਤੇ ਥੱਲੇ ਧਰਤੀ ਦੀ ਗੱਲ ਕਰ ਰਹੇ ਆ। ਪਰ ਇਸ ਤੋਂ ਅਗਲੀ ਜਿਹੜੀ ਪੰਕਤੀ ਆ ਉਹਨੂੰ ਪੜੋ ਜੀ। ਉੱਪਰ ਹਾਟ, ਹਾਟ ਪਰ ਆਲਾ, ਇਹ ਭਗਤ ਬੇਨੀ ਜੀ ਦਾ ਸ਼ਬਦ ਆ ਉੱਪਰ। ਇੱਥੇ ਜਿਹੜਾ ਉੱਪਰ ਸ਼ਬਦ ਆ ਸੇਮ ਹੀ ਇੱਥੇ ਉੱਪਰ ਸ਼ਬਦ ਜਿਹੜਾ ਵਾ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਦੇ ਇੱਥੇ ਵੀ ਅਰਥ ਦੇ ਵਿੱਚ ਆਇਆ ਹੋਇਆ। ਪਹਿਲੀ ਪੰਕਤੀ ਵਿੱਚ ਵੀ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਦੇ ਅਰਥ ਵਿੱਚ ਸੀ, ਦੂਸਰੀ ਪੰਕਤੀ 'ਚ ਵੀ ਉੱਪਰ ਸ਼ਬਦ ਜਿਹੜਾ ਉੱਪਰ ਹਾਟ ਵੀ ਉੱਤੇ ਹੱਟੀ ਹੈ, ਤੇ ਹਾਟ ਪਰ ਆਲਾ, ਤੇ ਹਾਟ ਦੇ ਉੱਤੇ ਜਿਹੜਾ ਹੈ ਫਿਰ ਉੱਤੇ ਆਲਾ ਬਣਿਆ ਹੋਇਆ। ਤੋ ਇੱਥੇ ਜਿਹੜਾ ਹੈ ਉੱਪਰ ਸ਼ਬਦ ਵੀ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਆਇਆ ਹੋਇਆ। ਇਸ ਤੋਂ ਅੱਗੇ ਸਿਰ ਉੱਪਰ, ਠਾਡਾ, ਗੁਰਸੂਰਾ, ਇੱਥੇ ਜਿਹੜਾ ਉੱਪਰ ਸ਼ਬਦ ਹੈ ਇਹ ਹੈ ਸੰਬੰਧਕ, ਕਿਉਂਕਿ ਸਿਰ ਜਿਹੜਾ ਸ਼ਬਦ ਹੈ ਇਹ ਹੈ ਜੀ ਇੱਕ ਵਚਨ ਪੁਲਿੰਗ ਨਾਂਵ। ਸਿਰ ਰਾਰੇ ਦੇ ਪੈਰ ਵਿੱਚ ਅੰਤ ਔਂਕੜ ਦੀ ਮਾਤਰਾ ਲੱਗਣੀ ਸੀ, ਪਰ ਰਾਰੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਨਹੀਂ ਲੱਗੀ ਹੋਈ। ਇਹਦਾ ਮਤਲਬ ਜਿਹੜਾ ਉੱਪਰ ਸ਼ਬਦ ਹੈ ਇਹ ਕੀ ਹੈ ਜੀ, ਇੱਥੇ ਸੰਬੰਧਕ ਆ ਗਿਆ ਵਾ। ਹੁਣ ਇੱਥੇ ਗੱਲ ਸਮਝਣ ਵਾਲੀ ਵੀ ਪਹਿਲੀਆਂ ਦੋ ਪੰਕਤੀਆਂ ਜਿਹੜੀਆਂ ਅਸੀਂ ਪੜ੍ਹੀਆਂ ਵਾ, ਉੱਪਰ ਚਰਨ, ਤਲੈ ਆਕਾਸ਼, ਜਾਂ ਉਸ ਤੋਂ ਬਾਅਦ ਦੀ ਜਿਹੜੀ ਅਸੀਂ ਪੰਕਤੀ ਦਾ ਪਾਠ ਕੀਤਾ ਸੀ ਉੱਪਰ ਹਾਟ, ਹਾਟ ਪਰ ਆਲਾ, ਇਹਨਾਂ ਦੋ ਪੰਕਤੀਆਂ ਵਿੱਚ ਉੱਪਰ ਸ਼ਬਦ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਦਾ ਅਰਥ ਸਾਨੂੰ ਸਮਝਾ ਰਿਹਾ ਹੈ। ਪਰ ਇਸ ਪੰਕਤੀ ਵਿੱਚ ਸਿਰ ਉੱਪਰ, ਇੱਥੇ ਗੱਲ ਹੈ ਜੀ ਸਿਰ ਦੇ ਉੱਤੇ। ਇੱਥੇ ਜਿਹੜਾ ਉੱਪਰ ਸ਼ਬਦ ਆ ਇਹ ਸੰਬੰਧਕ ਆ, ਤੇ ਸੰਬੰਧਕ ਦਾ ਸਾਨੂੰ ਕਿਵੇਂ ਪਤਾ ਲੱਗਾ, ਕਿਉਂਕਿ ਇਹਨਾਂ ਸ਼ਬਦਾਂ ਦੇ ਵਿੱਚ ਇਹ ਉੱਪਰ ਸ਼ਬਦ ਦੇ ਨਾਲ ਜਿਹੜਾ ਨਾਉਨ ਇਹ ਕਿਹੜਾ ਸਥਾਨਵਾਚਕ
ਵਾਹਿਗੁਰੂ ਜੀ। ਨਹੀਂ ਇੱਥੇ ਹੈਗਾ ਸੰਬੰਧ। ਹਾਂਜੀ ਆ ਰਹੀ ਜੀ, ਆਵਾਜ਼ ਆ ਰਹੀ ਜੀ? ਹਾਂਜੀ ਹਾਂਜੀ। तो इत्थे जिहड़ा ऊपर शब्द है ये है जी इत्थे संबंधक। ठीक है जी। इस तो अगली तुक तुसी पढ़ो जी। आत्म राम सब एक है पसरे, सब चरण तले सिर दीजै। तले शब्द जिहड़ा चरण तले सिर दीजै, तले शब्द जिहड़ा वा इत्थे संबंधक है। भाव राम कण कण च व्यापक है, इसलिए सारियां दे चरना हेठ अपना सिर रखना बनता है, भाव हंकार दूर करना चाहिए है। सब चरण तले, चरण जिहड़ा है चरण जिहड़ा शब्द नाउन आ गया जी, ते जिहड़ा तले शब्द है ये इत्थे संबंधक आ गया। संबंधक दी इत्थे जिहड़ा वा संबंधक दा इत्थे रोल अदा कर रहा है, संबंधक दे अर्थां विच आया वा। पर इस तो अगली पंक्ति में तुसी पढ़ो भी त्रिन को मंदिर साज सवारियो, पावक तलै जरावत है। हुण इस पंक्ति दे विच गल समझण वाली भी, पहली पंक्ति में तले शब्द सी संबंधक, पर इस पंक्ति दे विच जिहड़ा तलै शब्द है ये आया वा जी स्थानवाची क्रिया विशेषण। वैसे हाँ जी, स्थानवाची क्रिया विशेषण इस पंक्ति में ये शब्द जिहड़ा स्थानवाची, क्यों स्थानवाची क्रिया विशेषण आ जी? इत्थे वैसे नोट भी किया होया है, क्योंकि तलै तो पहला जिहड़ा शब्द है अग, पावक, पावक जिहड़ा शब्द है ये है जी नाउन। पावक शब्द अखीरले अखर कक्के पैर औंकड़ की मात्रा लगी हुई है। जेकर पावक कक्के दे पैर विच औंकड़ की मात्रा ना लगी हुंदी फिर ये जिहड़ा तलै शब्द जिहड़ा सी ये संबंधक होना सी इत्थे, पर इत्थे पावक अग कक्के दे पैर की औंकड़ नहीं लथी। इसका मतलब भी ये जिहड़ा तलै शब्द है इस पंक्ति दे विच ये है स्थानवाची क्रिया विशेषण के रूप में। जिवें संग ने संबंधक ने की कीता वा इत्थे ਅਸੀਂ पढ़ सकते जू पावक संग सीत को नाश। वैसे इत्थे एक एग्जाम्पल भी दी हुई है, उदाहरण भी दी हुई आ भी जदों कोई संबंधक नाल आ जाए। हुण पावक शब्द इत्थे कक्के पैर औंकड़ नाल, पर अगली पंक्ति जिहड़ी उदाहरण स्वरूप आ उत्ते तुसीं देखो पावक कक्के दे पैर दे विच औंकड़ की मात्रा नहीं लगी हुई। क्यों नहीं लगी? क्योंकि संग लफ्ज जिहड़ा है उत्ते वो संबंधक के रूप में आ गया वा। संग ने की कीता वा? पावक कक्के नूं औंकड़ मुक्त कर दिता वा जी। जो पावक संग सीत को नाश, भी भाव जिवें अग नाल ठंड दूर हो जाती है। तो इस तो अगली पंक्ति है जी भाग मस्तक होए जिसकै, भाग मस्तक होए जिसकै तिस गुर नाल स्नेहा, तिस गुरु नाल स्नेहा। पर इत्थे तुसीं देखो भी जिहड़ा नाल शब्द है यह संबंधक के रूप में जी। संबंधक रूप में सानू किवें पता लगे? क्योंकि नाल शब्द तो पहले जिहड़ा नाउन शब्द आया वा, नाव शब्द गुर, गुर रारे दे रारे अखर दे पैर दे विच औंकड़ की मात्रा नहीं लगी हुई। जे औंकड़ की मात्रा इत्थे लगी हुंदी फिर जिहड़ा नाल शब्द है ये संबंधक नहीं सी इत्थे अर्थ करना, नाल ने अर्थ करना सी फिर जिहड़ा है स्थानवाची क्रिया विशेषण दा। पर इत्थे जिहड़ा है गुर शब्द रारा अखर मुक्ता आ गया वा, तो इत्थे गुर नाल स्नेहा, तो इत्थे जिहड़ा नाल शब्द इत्थे स्थानवाची की बजाय इत्थे संबंधक का अर्थ कर रहा वा भी इस गुर नाल स्नेहा, भी गुरु के नाल जिहड़ा वा उहदा स्नेह हुंदा है। स्नेह तो भाव भी प्यार बन जाता है। जाकी प्रीत अपने प्रभ नाल, इस पंक्ति विच भी जिहड़ा नाल शब्द है ये संबंधक आया होया वा, क्योंकि इत्थे प्रभ जिहड़ा शब्द है नाउन भब्बे अखर दे पैर की औंकड़ जिहड़ी है नाल शब्द लगन करके लथ गई है। अपने प्रभ नाल भी अपने परमेश्वर दे नाल जिहड़ी है जिसकी प्रीत लग गई है। उस तो अगली पंक्ति का पाठ है जी तन मन गुर पह वेचिया मन दिया सिर नाल। इस पंक्ति में तुसी देखो भी नाल शब्द जिहड़ा इत्थे संबंधक नहीं आया। पहलियां दो पंक्तियां विच नाल शब्द जिहड़ा वा वो संबंधक सी, पर इस तीसरी पंक्ति विच नाल शब्द जिहड़ा वो संबंधक नहीं आ, एक क्रिया विशेषण आ जी। क्रिया विशेषण किवें पता लगे क्रिया विशेषण आ? क्योंकि जिहड़ा सिर लफ्ज है रारे अखर दे पैर की औंकड़ इत्थे नहीं लथी, सिर रारे औंकड़ दे नाल ही आया होया सिर शब्द, तो नाल शब्द इत्थे संबंधक नहीं। जे संबंधक हुंदा ते सिर रारे अखर दे पैर की औंकड़ लथ जानी सी,
ਇਸ ਇੱਥੋਂ ਪਤਾ ਲੱਗਦਾ ਵੀ ਜਿਹੜਾ ਨਾਲ ਸ਼ਬਦ ਹੈ ਇੱਥੇ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਆਇਆ ਹੈ। ਗੁਰੂ ਅੱਗੇ ਮਨ ਤੇ ਤਨ ਭੇਟ ਕਰ ਦਿੱਤਾ ਅਤੇ ਸਿਰ ਵੀ ਨਾਲ ਹੀ ਦੇ ਦਿੱਤਾ, ਭਾਵ ਕਿ ਹੰਕਾਰ ਤਿਆਗ ਦਿੱਤਾ, ਹੰਕਾਰ ਦੂਰ ਕਰ ਦਿੱਤਾ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇੱਥੇ ਜਿਹੜਾ ਨਾਲ ਸ਼ਬਦ ਆਇਆ ਵਾ ਇਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਆ, ਵੀ ਭਾਵ ਤਕਦੀਰ ਵਿੱਚ, ਭਾਗਾ ਵਿੱਚ। ਇਸਨੇ ਕਿਰਿਆ ਲਿਖਿਆ ਦਾ ਸਥਾਨ ਬੰਦੇ ਨਾਲ ਦੱਸਿਆ ਹੈ। ਤੁਸੀਂ ਦੇਖੋ ਵੀ ਹੁਣ ਇਹ ਆਪਾਂ ਪੰਕਤੀ ਦਾ ਪਾਠ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਰੋਜ਼ ਹੀ ਪੜ੍ਹਦੇ ਆ, ਪਰ ਮੈਂ ਵੀ ਪਹਿਲਾਂ ਜਦੋਂ ਇਹ ਟੌਪਿਕ ਪੜ੍ਹਿਆ ਸੀ ਇਸ ਵਿਸ਼ੇ ਨੂੰ, ਇਸ ਤੋਂ ਪਹਿਲਾਂ ਮੈਂ ਵੀ ਕਦੀ ਗੌਰ ਨਹੀਂ ਸੀ ਕੀਤਾ, ਪਰ ਜਦੋਂ ਇਹਨੂੰ ਪੜ੍ਹਿਆ ਤੇ ਫਿਰ ਮੇਰੇ ਵੀ ਮਾਈਂਡ ਵਿੱਚ ਇਹ ਗੱਲ ਆਈ ਵੀ ਇੱਥੇ ਨਾਲ ਸ਼ਬਦ ਜਿਹੜਾ ਲਿਖਿਆ, ਨਾਲ ਸ਼ਬਦ ਜਿਹੜਾ ਇੱਥੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਆਇਆ ਹੋਇਆ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਵੀ ਜਿਹੜਾ ਭਾਗਾਂ ਵਿੱਚ ਜੋ ਤਕਦੀਰ ਵਿੱਚ ਜਿਹੜਾ ਜੋ ਕੁਝ ਲਿਖਿਆ ਹੋਇਆ ਉਸ ਹੁਕਮ ਦੇ ਮਾਲਕ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ, ਉਹਦੀ ਹੀ ਰਜ਼ਾ ਵਿੱਚ ਜਿਹੜਾ ਹੈ ਸਾਨੂੰ ਚੱਲਣਾ ਚਾਹੀਦਾ ਹੈ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਥੇ ਇਹ ਵੀ ਪੰਕਤੀ ਤੁਸੀਂ ਦੇਖੋ ਜਪਜੀ ਸਾਹਿਬ ਦੀ ਬਾਣੀ ਵਿੱਚ, ਇੱਥੇ ਵੀ ਨਾਲ ਸ਼ਬਦ ਜਿਹੜਾ ਵਾ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਆ, ਵੀ ਭਾਵ ਪਰਲੋਕ ਵਿੱਚ ਇੱਕ ਵੀ ਸਿਆਣਪ ਜਿਹੜੀ ਆ ਉਹ ਨਹੀਂ ਨਾਲ ਚਾਹੀਦੀ, ਚੱਲੇ ਨਾਲ। ਸਥਾਨ ਦੱਸ ਰਿਹਾ ਨਾ, ਪਰਲੋਕ ਵਿੱਚ, ਪਰਲੋਕ ਦਾ ਸਥਾਨ ਦੱਸ ਦਿੱਤਾ। ਪਰਲੋਕ ਕੀ ਹੋ ਗਿਆ? ਸਥਾਨ ਹੋ ਗਿਆ। ਤਕਦੀਰ ਭਾਗ ਜਿਹੜੇ ਨੇ ਉਹ ਸਥਾਨ ਆ, ਵੀ ਸਥਾਨ ਦਾ ਸਾਨੂੰ ਬੋਧ ਕਰਾਇਆ ਜਾ ਰਿਹਾ। ਇਹ ਨਾਲ ਸ਼ਬਦ ਸਾਨੂੰ ਸਥਾਨ ਦਾ ਬੋਧ ਕਰਾ ਰਿਹਾ ਵਾ, ਵੀ ਜਿਹੜਾ ਭਾਗਾਂ ਵਿੱਚ, ਭਾਗ ਸਥਾਨ ਹੋ ਗਿਆ, ਪਰਲੋਕ ਵੀ ਸਥਾਨ ਹੋ ਗਿਆ। ਵੀ ਉਹ ਮਰਨ ਤੋਂ ਬਾਅਦ ਦੀ ਗੱਲ ਕਰ ਲਈਏ, ਵੀ ਜਿਹੜੀਆਂ ਹਜ਼ਾਰਾਂ ਸਿਆਣਪਾਂ ਨਾਲ ਨਹੀਂ ਚੱਲਣੀਆਂ, ਹਨਾ। ਤੋ ਸਥਾਨ ਦਾ ਜਿਹੜੇ ਸ਼ਬਦ ਬੋਧ ਕਰਾਉਂਦੇ ਆ ਉਹ ਆ ਜੀ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ, ਸਾਨੂੰ ਸਥਾਨ ਦਾ ਬੋਧ ਕਰਾ ਰਹੇ ਆ। ਮੂਰਖ ਹੈ ਨਾਲ ਨਾ ਲੂਝੀ ਹੈ, ਇੱਥੇ ਜਿਹੜਾ ਸ਼ਬਦ ਆ ਨਾਲ, ਇਹ ਸ਼ਬਦ ਆ ਜੀ ਸੰਬੰਧਕ। ਕਿਉਂਕਿ ਕਈ ਵਾਰ ਜਿਹੜਾ ਤੁਸੀਂ ਤੇ ਥੱਲੇ ਨੋਟ ਵੀ ਪੜ੍ਹ ਸਕਦੇ ਹੋ, ਬਿਰਖ ਹੈ ਹੇਠ ਸਭ ਜੰਤ ਇਕੱਠੇ, ਇੱਥੇ ਵੀ ਹੇਠ ਸ਼ਬਦ ਸੰਬੰਧਕ ਰੂਪ ਵਿੱਚ ਆਇਆ। ਉਕਤ ਦੋਵੇਂ ਸੰਬੰਧਕਾਂ ਨਾਲ ਹੇਠ ਗੁਰਬਾਣੀ ਕਾਵਤੋਲ ਬਣਾਉਣ ਲਈ ਇੱਕ ਵਚਨ ਪੁਲਿੰਗ ਨਾਵਾਂ ਮੂਰਖ ਬਿਰਖ ਨੂੰ ਅੰਤ ਮੁਕਤ, ਮੂਰਖ ਬਿਰਖ ਕਰਨ ਦੀ ਥਾਂ ਅੰਤ ਦੁਲਾਵਾ ਕਰ ਦਿੱਤਾ ਹੈ, ਭਾਵ ਆਪਣੇ ਅਸਲ ਸਰੂਪ ਮੂਰਖ ਬਿਰਖ ਚ ਨਹੀਂ ਰਹਿਣ ਦਿੱਤਾ। ਇਹ ਗੱਲ ਇੱਥੇ ਇਹ ਪੁਆਇੰਟ ਸਮਝਣ ਵਾਲਾ ਵਾ, ਵੀ ਕਈ ਜਗ੍ਹਾ ਦੇ ਉੱਤੇ ਜਿਹੜਾ ਨਾਉਣ ਵਾਲਾ ਸ਼ਬਦ ਹੈ, ਜਿਵੇਂ ਇੱਥੇ ਮੂਰਖ ਹੈ, ਬਿਰਖ ਹੈ, ਸੰਬੰਧਕ ਆਉਣ ਕਰਕੇ ਉਹਦੇ ਅਖੀਰਲੇ ਅੱਖਰ ਦੀ ਪੈਰ ਦੀ ਔਂਕੜ ਲੱਥ ਜਾਣੀ ਚਾਹੀਦੀ ਸੀ, ਪਰ ਕਈ ਜਗ੍ਹਾ ਦੇ ਉੱਤੇ ਔਂਕੜ ਨਹੀਂ ਲੱਥੀ। ਕਾਵਤੋਲ ਦਾ ਵਜ਼ਨ ਪੂਰਾ ਕਰਨ ਵਾਸਤੇ ਉਹ ਜਿਹੜੀ ਅਖੀਰਲੇ ਅੱਖਰ ਨੂੰ ਆ ਉੱਥੇ ਅੰਤ ਦੁਲਾਵਾਂ ਆ ਗਈਆਂ ਵਾ, ਦੁਲਾਵਾਂ ਲੱਗਣ ਕਰਕੇ ਜਿਹੜਾ ਵਾ ਉੱਥੇ ਕਾਵਤੋਲ ਦਾ ਵਜ਼ਨ ਪੂਰਾ ਕੀਤਾ ਹੋਇਆ ਗੁਰੂ ਸਾਹਿਬ ਨੇ। ਤੁਸੀਂ ਸਾਰੇ ਇਸ ਗੱਲ ਨੂੰ ਭਲੀਭਾਂਤ ਜਾਣਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਜਿਹੜੀ ਬਾਣੀ ਆ ਇਹ ਇੱਕ ਕਾਵਕ ਰੂਪ ਆ, ਕਾਵਕ ਰਚਨਾ ਵਾ, ਤੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਜਿਹੜੀ ਹੈ ਸਾਨੂੰ ਇਹ ਜਿਹੜੀਆਂ ਗੱਲਾਂ ਵਾ ਉਹ ਸਾਨੂੰ ਸਮਝ ਵਿੱਚ ਵੀ ਪੈਂਦੀਆਂ ਵਾ। ਜਿਵੇਂ ਆਪਾਂ ਗੁਰੂ ਸਾਹਿਬ ਦੀ ਬਾਣੀ ਵਿੱਚ ਦੋ ਮਾਤਰਾ ਵਾਲੇ ਸ਼ਬਦ ਪੜ੍ਹਦੇ ਆ ਜੀ, ਉਹ ਅੱਖਰ ਨੂੰ ਦੋ ਮਾਤਰਾ ਲੱਗੀਆਂ ਹੁੰਦੀਆਂ ਵਾ। ਅੰਨ ਦਿਨੋਂ ਸ਼ਬਦ ਜਿਹੜਾ ਵਾ, ਜਾਂ ਗੋਬਿੰਦ ਗੱਗੇ ਦੇ ਪੈਰ ਚ ਵੀ ਔਂਕੜਾ ਉੱਪਰ ਹੋੜੇ ਦੀ ਮਾਤਰਾ ਵਾ। ਤੋ ਅਜਿਹੇ ਬਹੁਤ ਸਾਰੇ ਸ਼ਬਦ ਆ। ਤੋ ਉੱਥੋਂ ਸਮਝ ਪੈਂਦੀ ਵੀ ਗੁਰੂ ਸਾਹਿਬ ਨੇ ਮਹਾਰਾਜ ਨੇ ਬਾਣੀ ਜਿਹੜੀ ਲਿਖੀ ਆ ਉੱਥੇ ਜਿਹੜਾ ਵਾ ਅਲੱਗ ਮਾਤਰਾਵਾਂ ਜਿਹੜੀਆਂ ਵਾ ਉਹ ਕਾਵਕ ਰੂਪ ਵਿੱਚ ਹੀ ਜਿਹੜੀਆਂ ਲਗਾਈਆਂ ਹੋਈਆਂ ਵਾ, ਕਿਤੇ ਅਲੱਗ ਮਾਤਰਾ ਵਧਾਈ ਹੋਈ ਆ, ਕਿਤੇ ਘਟਾਈ ਹੋਈ ਆ। ਠੀਕ ਹੈ, ਇੱਕ ਜਗ੍ਹਾ ਕਿਰਪਾ ਸ਼ਬਦ ਆ, ਇੱਕ ਜਗ੍ਹਾ ਕਿਰਪਾ ਸ਼ਬਦ ਆ, ਜਿੱਥੇ ਕਿਰਪਾ ਸ਼ਬਦ ਆ ਉੱਥੇ ਲੱਗ ਮਾਤਰਾ ਵੱਧ ਗਈ, ਕਿਰਪਾ ਸ਼ਬਦ ਉੱਤੇ ਲੱਗ ਮਾਤਰਾ ਘਟਾ ਦਿੱਤੀ। ਤਾਂ ਇੱਥੇ ਜਿਹੜਾ ਹੈ ਕਾਵਤੋਲ ਦੇ ਵਜ਼ਨ ਨੂੰ ਪੂਰਾ ਰੱਖਣ ਵਾਸਤੇ ਗੁਰੂ ਸਾਹਿਬ ਨੇ ਜਿਹੜਾ ਹੈ ਇੱਥੇ ਖੱਖੇ ਨੂੰ ਅੰਤ ਮੁਕਤਾ ਕਰਨ ਦੀ ਬਜਾਏ ਖੱਖੇ ਦੇ ਉੱਪਰ ਜਿਹੜਾ ਵਾ ਦੁਲਾਵਾਂ ਦੀ ਮਾਤਰਾ ਲਗਾ ਦਿੱਤੀ ਹੈ। ਮੂਰਖ ਹੈ ਇਸ ਢੰਗ ਨਾਲ ਸ਼ਬਦ ਬਣਿਆ ਵਾ। ਬਿਰਖ ਹੈ, ਅਸਲ ਸ਼ਬਦ ਤਾਂ ਮੂਰਖ ਹੀ ਹੈ ਜੀ, ਅਰਥ ਆਪਾਂ ਮੂਰਖ ਕਰਾਂਗੇ। ਅਸਲ ਸ਼ਬਦ ਬਿਰਖ ਹੈ, ਅਰਥ ਆਪਾਂ ਬਿਰਖ ਕਰਾਂਗੇ, ਪਰ ਖੱਖੇ ਦੇ ਉੱਪਰ ਦੁਲਾਵਾਂ ਦੀ ਮਾਤਰਾ ਲੱਗ ਗਈ ਆ। ਨਾਲ ਸ਼ਬਦ ਹੇਠ ਸ਼ਬਦ ਇੱਥੇ ਜਿਹੜੇ ਆ ਉਹ ਸੰਬੰਧਕ ਰੂਪ ਵਿੱਚ ਆ ਗਏ ਆ। ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਅਸੀਂ ਪੰਕਤੀਆਂ ਪੜ੍ਹੀਆਂ ਸੀ, ਹੁਕਮ ਰਜ਼ਾਈ ਚੱਲਣ ਵਾਲੀ ਜਾਂ ਸਹਿ ਸਿਆਣਪਾ ਵਾਲੀ, ਉੱਥੇ ਜਿਹੜਾ ਨਾਲ ਸ਼ਬਦ ਸੀ ਇਹ ਸੀ ਸਥਾਨਵਾਚੀ। ਪਰ ਇਸ ਪੰਕਤੀਆਂ ਵਿੱਚ ਇਸ ਪੰਕਤੀ ਚ ਨਾਲ ਸ਼ਬਦ ਜਿਹੜਾ ਇਹ ਸੰਬੰਧਕ ਦੇ ਰੂਪ ਵਿੱਚ ਆਇਆ। ਹੁਣ ਇੱਥੋਂ ਜਿਹੜੀ ਆ ਇਹ ਗੱਲ ਸਮਝ ਵਿੱਚ ਆਉਂਦੀ ਆ ਵੀ ਸ਼ਬਦ ਦਾ ਸਰੂਪ ਇੱਕੋ ਜਿਹਾ ਹੈ, ਪਰ ਪਰ ਪੰਕਤੀ ਦੇ ਵਿੱਚ ਜਿਹੜਾ ਹੈ, ਤੁਕ ਦੇ ਵਿੱਚ ਜਿਹੜਾ ਹੈ, ਉਹਦਾ
अर्थ जिहड़ा है वो भिन्न भिन्न हो सकता है। ਉਹਦੇ ਪਿੱਛੇ ਰੀਜ਼ਨ ਇਹ ਆ ਗੁਰਬਾਣੀ ਵਿਆਕਰਣ। तो इस वास्ते जिन्ने भी गुरबाणी ਦੇ ਅਰਥਾਂ ਨੂੰ ਇੰਜ ਆਖਾਂ ਵੀ ਜਿੰਨੇ ਵੀ ਸੱਜਣ ਗੁਰਬਾਣੀ ਦੇ ਅਰਥਾਂ ਨੂੰ ਪੜ੍ਹਨਾ ਚਾਹੁੰਦੇ ਹਨ, ਉਹ ਇਸ ਗੱਲ ਨੂੰ ਹਮੇਸ਼ਾ ਖਿਆਲ 'ਚ ਰੱਖਣ ਵੀ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਆਕਰਣ ਦੇ ਨਿਯਮਾਂ ਦੇ ਵਿੱਚ ਜਿਹੜੀ ਹੈ ਉਹ ਬੱਧੀ ਹੋਈ ਆ। ਤੇ ਗੁਰਬਾਣੀ ਵਿਆਕਰਣ ਦੇ ਨਿਯਮਾਂ ਨੂੰ ਸਮਝ ਕੇ ਹੀ ਜਿਹੜਾ ਹੈ ਅਸਲ ਵਿੱਚ ਐਕਚੁਅਲ ਵਿੱਚ ਜਿਹੜਾ ਹੈ ਗੁਰਬਾਣੀ ਦੇ ਅਰਥਾਂ ਦੀ ਸਾਨੂੰ ਸਮਝ ਪੈਂਦੀ ਆ। ਨਹੀਂ ਤੇ ਜੇ ਅਸੀਂ ਵਿਆਕਰਣ ਦੇ ਰੂਲ ਨੂੰ ਫੋਲੋ ਨਹੀਂ ਕਰਾਂਗੇ ਤੇ ਬਹੁਤ ਜਗ੍ਹਾ ਦੇ ਉੱਤੇ ਜਿਹੜਾ ਹੈ ਫਿਰ ਗੁਰਬਾਣੀ ਦੇ ਅਰਥਾਂ ਨੂੰ ਲੈ ਕੇ ਅਸੀਂ ਕਨਫਿਊਜ਼ ਹੋ ਸਕਦੇ ਹਾਂ। ਸਾਨੂੰ ਬਹੁਤ ਵਾਰੀ ਜਿਹੜਾ ਹੈ ਉਹ ਫਿਰ ਗੁਰਬਾਣੀ ਦੇ ਜਿਹੜੇ ਅਰਥ ਨੇ ਉਹਨਾਂ ਦੇ ਵਿੱਚ ਜਿਹੜੀ ਆ ਉਹ ਸਾਨੂੰ ਕਈ ਗੱਲਾਂ ਦੀ ਸਮਝ ਨਹੀਂ ਲੱਗੇ। ਸੋ ਖੈਰ ਇਸ ਤੋਂ ਅੱਗੇ ਤੁਸੀਂ ਚਲੋ ਵੀ ਧੋਤੀ ਖੋਲ ਵਿਛਾਏ ਹੇਠ, ਇਹ ਜਿਹੜਾ ਹੇਠ ਸ਼ਬਦ ਆ ਇੱਥੇ ਇਹ ਸ਼ਬਦ ਵੀ ਜਿਹੜਾ ਹੈ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਆਇਆ। ਹੇਠ, ਹੇਠ ਤੋਂ ਭਾਵੇਂ ਹੇਠਾਂ, ਵੀ ਧੋਤੀ ਖੋਲ ਕੇ ਜਿਹੜਾ ਵਾ ਹੇਠਾਂ ਵਿਛਾ ਲਓ ਹਨਾ। ਹੇਠ ਸ਼ਬਦ ਜਿਹੜਾ ਹੇਠਾਂ ਸਥਾਨ ਦਾ ਬੋਧ ਕਰਾ ਰਿਹਾ, ਤਾਂ ਇੱਥੇ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਆ ਇਹ ਸ਼ਬਦ। ਉਸ ਤੋਂ ਪਹਿਲਾਂ ਸੀ ਬਿਰਖੈ ਹੇਠ, ਉੱਪਰਲੀ ਪੰਕਤੀ 'ਚ ਹੇਠ ਸ਼ਬਦ ਜਿਹੜਾ ਸੀ ਉਹ ਸੰਬੰਧਕ ਦੇ ਰੂਪ ਵਿੱਚ ਆਇਆ ਸੀ। ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਾਧਾਨੀ, ਇੱਥੋਂ ਵਿੱਚੋਂ ਸ਼ਬਦ ਜਿਹੜਾ ਵਾ ਉਹ ਸੰਬੰਧਕ ਰੂਪ ਵਿੱਚ ਆਇਆ ਵਾ। ਪਾਣੀ ਵਿੱਚੋਂ, ਪਾਣੀ ਦੇ ਵਿੱਚੋਂ, ਠੀਕ ਹੈ ਜੀ, ਸੰਬੰਧਕ ਦੇ ਰੂਪ ਵਿੱਚ ਆ। ਵਿੱਚੋਂ ਆਪ ਗਵਾਏ ਕੈ ਰਹਿਨ ਸੱਚ ਲਿਵ ਲਾਏ, ਇੱਥੇ ਜਿਹੜਾ ਵਾ ਵਿੱਚੋਂ ਸ਼ਬਦ ਜਿਹੜਾ ਵਾ ਇਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਦਾ ਸ਼ਬਦ ਆ। ਵਿੱਚੋਂ ਤੋਂ ਭਾਵ ਅੰਦਰੋਂ, ਆਪਣੇ ਅੰਦਰੋਂ ਜਿਹੜੀ ਆ ਉਹ ਹੋਮੇ ਨੂੰ ਗਵਾਏ ਕੈ ਦੂਰ ਕਰਕੇ ਰਹਿਨ ਸੱਚ ਲਿਵ ਲਾਏ, ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਦੀਵ ਕਾਲ ਦੇ ਵਿੱਚ ਸਦਾ ਸਥਿਰ ਰਹਿਣ ਵਾਲੇ ਪਰਮੇਸ਼ਵਰ ਦੇ ਨਾਮ ਵਿੱਚ ਲਿਵ ਜੋੜ ਲਓ ਜਾਂ ਲਿਵ ਜੋੜ ਲੈਣੀ ਚਾਹੀਦੀ ਹੈ। ਵਿੱਚੋਂ ਤੋਂ ਭਾਵ ਅੰਦਰ ਦੀ ਗੱਲ ਹੈ। ਤਾਂ ਇੱਥੇ ਅੰਦਰ ਤੋਂ ਭਾਵ ਹੋ ਗਿਆ ਸਥਾਨ ਦਾ ਬੋਧ ਕਰਾਇਆ ਜਾ ਰਿਹਾ, ਸਥਾਨਵਾਚੀ ਕਿਰਿਆ ਵਿਸ਼ੇਸ਼ਣ ਆ ਕੀਤੀ। ਮਨ ਵਿੱਚੋਂ ਸੋ ਨਾਲ ਗਿਆ ਵਿੱਚ ਬੈਠਿਆ ਉੱਪਰ ਚੜਿਆ, ਵਾਕਾਂ 'ਚ ਨਾਲ ਕਾਲਵਾਚਕ, ਵਿੱਚ ਉੱਪਰ ਸਥਾਨਵਾਚਕ, ਨਾਲ ਕਾਲਵਾਚੀ, ਨਾਲ ਗਿਆ ਤੇ ਵਿੱਚ ਬੈਠਿਆ ਉੱਪਰ ਚੜਿਆ, ਵਾਕਾਂ 'ਚ ਨਾਲ ਵਿੱਚ ਉੱਪਰ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਨੇ। ਜਦ ਕਿ ਗੁਰੂ ਨਾਲ ਜੁੜ ਸੰਗਤ, ਗੁਰੂ ਨਾਲ ਜੁੜ ਸੰਗਤ ਵਿੱਚ ਬੈਠ, ਧਵਲੇ ਉੱਪਰ ਕੇਤਾ ਭਾਰ, ਵਾਕਾਂ 'ਚ ਨਾਲ ਵਿੱਚ ਉੱਪਰ ਸੰਬੰਧਕ ਸ਼ਬਦ ਨੇ, ਕਿਉਂਕਿ ਇਹ ਤਿੰਨੇ ਸੰਬੰਧਕ ਨਾਵਾਂ ਗੁਰੂ ਸੰਗਤ ਧਵਲੇ ਬਲਦ ਨਾਲ ਸਿੱਧੇ ਜੁੜੇ ਹੋਏ ਨੇ, ਨਾ ਕਿ ਕਿਸੇ ਕਿਰਿਆ ਦੇ ਨਾਲ। ਇਹ ਵੀ ਗੱਲ ਸਮਝਣ ਵਾਲੀ ਵੀ ਇਹ ਜਿਹੜੇ ਸ਼ਬਦ ਨੇ ਗੁਰੂ ਨਾਲ ਜੁੜ, ਨਾਲ ਸ਼ਬਦ ਸੰਗਤ ਵਿੱਚ ਬੈਠ, ਧਵਲੇ ਉੱਪਰ ਕੇਤਾ ਭਾਰ, ਇਹ ਜਿਹੜੇ ਉੱਪਰ ਨਾਲ ਵਿੱਚ ਸ਼ਬਦ ਨੇ ਸਿੱਧੇ ਨਾਮ ਵਾਲੇ ਸ਼ਬਦਾਂ ਨਾਲ ਸਿੱਧੇ ਹੀ ਜੁੜੇ ਹੋਏ ਨੇ। ਇਹ ਸੰਬੰਧ ਦੱਸ ਰਹੇ ਨੇ ਉਹਨਾਂ ਦਾ ਵੀ ਗੁਰੂ ਦੇ ਨਾਲ ਜੁੜ ਕੇ ਬੈਠ, ਵੀ ਸੰਗਤ ਵਿੱਚ ਬੈਠ, ਧਵਲੇ ਉੱਪਰ ਬਲਦ ਦੇ ਉੱਤੇ ਜਿਹੜਾ ਵਾ ਕਿੰਨਾ ਕੁ ਭਾਰ ਆ। ਤੋ ਇਹ ਜਿਹੜੇ ਸ਼ਬਦ ਨੇ ਸਾਰੇ ਜਿਹੜੇ ਸ਼ਬਦ ਨੇ ਸੰਬੰਧਕ ਨੇ, ਇਹ ਕਿਰਿਆ ਦੇ ਨਾਲ ਨਹੀਂ ਜੁੜੇ ਹੋਏ। ਪਰ ਉਸ ਤੋਂ ਪਹਿਲਾਂ ਦੇ ਜਿਹੜੇ ਸ਼ਬਦ ਸੀ ਨਾਲ ਗਿਆ, ਵਿੱਚ ਬੈਠਿਆ ਜਾਂ ਉੱਪਰ ਚੜਿਆ, ਇਹਨਾਂ ਵਾਕਾਂ ਦੇ ਵਿੱਚ ਜਿਹੜੇ ਸ਼ਬਦ ਨੇ ਇਹ ਕਾਲਵਾਚੀ ਅਤੇ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਨੇ, ਕਿਉਂਕਿ ਇਹ ਗਿਆ, ਬੈਠਿਆ ਜਾਂ ਚੜਿਆ ਇਹਨਾਂ ਦੀ ਜਿਹੜੀ ਆ ਇਹ ਵਿਸ਼ੇਸ਼ਤਾ ਦੱਸ ਰਿਹਾ। ਨਾਲ ਗਿਆ, ਵਿੱਚ ਬੈਠਿਆ, ਉੱਪਰ ਚੜਿਆ। ਤੋ ਇਹ ਜਿਹੜਾ ਵਾ ਸਾਰਾ ਅੱਜ ਜਿਹੜਾ ਵਿਸ਼ਾ ਆਪਾਂ ਕੀਤਾ ਵਾ ਜੀ, ਇਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਦੇ ਸ਼ਬਦਾਂ ਦੇ ਸੰਬੰਧ ਵਿੱਚ ਅਸੀਂ ਇਹ ਅੱਜ ਦਾ ਇਹ ਵਿਸ਼ਾ ਨਿਭਾਇਆ ਵਾ। ਤੇ ਮੈਂ ਉਮੀਦ ਕਰਦਾ ਵਾਂ ਜੀ ਆਪ ਸਾਰਿਆਂ ਨੂੰ ਇਹਦੀ ਜਿਹੜੀ ਆ ਉਹ ਜਿੰਨੀ ਵੀ ਜਾਣਕਾਰੀ ਅਸੀਂ ਸਾਂਝੀ ਕੀਤੀ ਆ ਵੀ ਉਹ ਜਾਣਕਾਰੀ ਆਪ ਜੀ ਨੂੰ ਜ਼ਰੂਰ ਸਮਝ ਵਿੱਚ ਆਈ ਹੋਵੇਗੀ। ਤੇ ਇਸ ਤੋਂ ਅੱਗੇ ਜਿਹੜਾ ਹੈ ਇਸ ਤੋਂ ਅਗਲਾ ਜਿਹੜਾ ਵਿਸ਼ਾ ਹੈ ਉਹ ਆਪਾਂ ਅਗਲੇ ਸ਼ੁੱਕਰਵਾਰ ਦੀ ਜਿਹੜੀ ਕਲਾਸ ਆ ਉਹਦੇ ਵਿੱਚ ਆਪਾਂ ਅੱਗੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜੀ। ਪ੍ਰਕਾਰਵਾਚੀ, ਉਸ ਤੋਂ ਬਾਅਦ ਪ੍ਰਮਾਣਵਾਚੀ, ਇਹਨਾਂ ਸ਼ਬਦਾਂ ਨੂੰ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ। ਅੱਜ ਇੰਨੀਆਂ ਕੁ ਬੇਨਤੀ ਹੈ, ਪ੍ਰਵਾਨ ਕਰਿਓ। ਮੈਨੂੰ ਥੋੜਾ ਮੈਂ ਕਿਤੇ ਜਾਣਾ ਵਾ ਜੀ, ਐਮਰਜੈਂਸੀ ਆ, ਤੋਂ ਅੱਜ ਮੈਂ 2-4 ਮਿੰਟ ਜਿਹੜੀ ਆ ਪਹਿਲਾਂ ਹੀ ਸਮਾਪਤੀ ਕਰ ਰਹੇ ਹਾਂ ਜੀ। ਤੇ ਭੁੱਲ ਚੁੱਕ ਦੀ ਖਿਮਾ। ਤੇ ਅੱਜ ਜਿੰਨੇ 10-15 ਮਿੰਟ ਰਹਿ ਗਏ ਆ, ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਸਰਦਾਰ ਜਗੀਰ ਸਿੰਘ ਜੀ ਆ ਸਾਡੇ ਪਾਸ, ਉਹ ਵਿਆਕਰਨ ਦੇ ਸੰਬੰਧ ਵਿੱਚ 1-2 ਵਿਚਾਰਾਂ ਤੁਹਾਡੇ ਨਾਲ ਜਿਹੜੀਆਂ ਵਾ ਉਹ ਰਹਿੰਦੇ ਸਮੇਂ ਵਿੱਚ ਸਾਂਝੀਆਂ ਕਰਨਗੇ। ਤੇ ਮੈਨੂੰ ਅੱਜ ਇੱਥੇ ਹੀ ਜਿਹੜੀ ਆ ਉਹ ਮੈਂ ਸਮਾਪਤੀ ਕਰਨਾ ਚਾਹਾਂਗਾ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ।
ਭੁੱਲ ਚੁੱਕ ਦੀ ਖਿਮਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।